ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ 에ਅਰਪੋਰਟ ਤੇ ਡਿਟੇਨ ਕੀਤਾ ਗਿਆ, ਕੁਐਸਚਨਿੰਗ ਕੀਤੀ ਗਈ ਤੇ ਉਹਨਾਂ ਨੂੰ ਯੂਕੇ ਫਲਾਈ ਨਹੀਂ ਕਰਨ ਦਿੱਤਾ ਗਿਆ। ਅਪੈਰੈਂਟਲੀ ਇਮੀਗ੍ਰੇਸ਼ਨ ਦੇ ਉੱਤੇ ਰੋਕਿਆ ਜਾਣਾ ਬੜੇ ਸਵਾਲ ਖੜੇ ਕਰਦਾ ਹੈ। ਯੂਜੂਅਲੀ ਕਿਹੜੀਆਂ ਸਥਿਤੀਆਂ ਦੇ ਵਿੱਚ ਇਹ ਹੁੰਦਾ ਜਦੋਂ ਕੋਈ ਐਸਾ ਸ਼ਖਸ ਹੁੰਦਾ ਹੈ ਜੋ ਕ੍ਰਿਮੀਨਲ ਹੁੰਦਾ ਹੈ ਜੀ ਤੇ ਉਹਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਹੁੰਦਾ ਹੈ। ਹੁਣ ਲੁੱਕਆਊਟ ਸਰਕੂਲਰ LOC ਜਿਸ ਨੂੰ ਕਿਹਾ ਜਾਂਦਾ ਹੈ, ਹੈਰਾਨੀ ਜ਼ਰੂਰ ਖੜੀ ਕਰਦਾ ਹੈ ਕਿਉਂਕਿ ਇਹਦੇ ਬਾਰੇ ਕਲੈਰੀਫਿਕੇਸ਼ਨ ਥੋੜੀ ਜਿਹੀ ਹੋਣੀ ਜ਼ਰੂਰ ਚਾਹੀਦੀ ਸੀ। ਹਾਲਾਂਕਿ ਕੌਣ ਕਰੇਗਾ, ਇਮੀਗ੍ਰੇਸ਼ਨ ਦਾ ਇਹ ਵਿਸ਼ਾ ਹੈ। ਇਹਦੇ ਚ ਦੇਖੋ ਪੰਜਾਬ ਸਰਕਾਰ ਦੀ ਰეკਮੈਂਡੇਸ਼ਨ ਤੇ ਨਿਕਲਿਆ ਉਹ ਲੁੱਕਆਊਟ ਨੋਟਿਸ ਜੇ ਡਿਸਕ੍ਰੀਟ ਵੀ ਹੈ ਤਾਂ ਇਹ ਪੰਜਾਬ ਸਰਕਾਰ ਨੇ ਕਿਹਾ ਹੋਣਾ ਕਿ ਸਿੱਧਾ ਸੈਂਟਰ ਵੀ ਆਪਦੇ ਲੈਵਲ ਤੇ ਕਰ ਸਕਦਾ। ਲੀਗਲੀ ਇਹਨਾਂ ਦੀ ਜਿਹੜੀਆਂ ਆਬਲੀਗੇਸ਼ਨਸ ਇਹਨਾਂ ਨੇ ਮੁੜਨਾ ਤਾਂ ਪੈਣਾ ਹੀ ਹੈ। ਜੇ ਓਵਰਸਟੇ ਕਰਨਗੇ ਫਿਰ ਇਹਨਾਂ ਦੇ ਉੱਤੇ ਕੋਈ ਕੇਸ ਬਣੇਗਾ ਜਾਂ ਬਣਾਇਆ ਜਾਏਗਾ। ਕ੍ਰਿਮੀਨਲਸ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਭੈਣਾਂ, ਉਹਨਾਂ ਦੇ ਭਰਾ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਥਾਣਿਆਂ 'ਚ ਬੁਲਾ ਕੇ ਸੱਦ ਕੇ ਹੈਰਸ ਕੀਤਾ ਜਾਂਦਾ ਹੈ। ਅੱਜ ਇਸ ਬਹਾਨੇ ਆਪਾਂ ਨੂੰ ਇਸ ਗੱਲ ਨੂੰ ਕਰਨ ਦਾ ਮੌਕਾ ਮਿਲ ਰਿਹਾ ਹੈ। ਪਰ ਇਹ ਪੁਲਿਸਿੰਗ ਹੈ ਪੰਜਾਬ ਦੀ, ਇੰਡੀਆ ਦੀ। ਚੰਗੀ ਗੱਲ ਹੈ ਜੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇਹ ਗੱਲ ਚੁੱਕ ਰਹੇ ਨੇ। ਇਹ ਉੱਠਣੀ ਚਾਹੀਦੀ ਹੈ ਵੀ ਤੁਸੀਂ ਇਸ ਬਹਾਨੇ ਇਹ ਨੈਰੇਟਿਵ ਵੀ ਆਉਣਾ ਚਾਹੀਦਾ ਵੀ ਤੁਸੀਂ ਇਹ ਬੰਦ ਕਰੋ। ਹੈਰੈਸਮੈਂਟ ਹੈ, ਪਰਿਵਾਰਾਂ ਨੂੰ ਬੰਦ ਕਰੋ। ਤੁਸੀਂ ਯੂ ਹੈਵ ਨੋ ਬਿਜ਼ਨਸ ਕਿ ਤੁਸੀਂ ਕਿਸੇ ਦੇ ਰਿਸ਼ਤੇਦਾਰਾਂ ਨੂੰ ਤੰਗ ਕਰੋ, ਕਿਸੇ ਦੀ ਧੀ ਭੈਣ ਨੂੰ ਤੁਸੀਂ ਥਾਣੇ ਬੁਲਾਓ। ਦੇਖੋ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ, ਕਾਨੂੰਨ ਹੈ ਦੇਸ਼ ਦਾ ਵੀ ਤੁਸੀਂ ਥਾਣੇ ਨਹੀਂ ਬੁਲਾ ਸਕਦੇ ਹੋ, ਲੇਕਿਨ ਉਹ ਫੋਲੋ ਕਿੰਨਾ ਕੁ ਹੁੰਦਾ ਹੈ ਇਹ ਤੁਸੀਂ ਚੈੱਕ ਕਰਕੇ ਦੇਖੋ। ਆਪਾਂ ਹਾਲੇ ਇੱਕ ਚੀਜ਼ ਵੀ ਕਿਵੇਂ ਕਹਿ ਸਕਦੇ ਹਾਂ ਕਿ ਸਰਕਾਰ ਜਾਂ ਪੰਜਾਬ ਸਰਕਾਰ ਇਹਦੇ ਪਿੱਛੇ ਉਹਦੀ ਭੂਮਿਕਾ ਹੈ, ਇਹ ਵੀ ਕੁਐਸਚਨ ਹੈ। ਇਲੈਕਸ਼ਨ ਸਾਹਮਣੇ ਹੈ, ਜਲੰਧਰ ਦਾ ਜਿਮਨੀ ਚੋਣ, ਸੋ ਥੋੜਾ ਉਸ ਤਰੀਕੇ ਨਾਲ ਵੀ ਵੇਖਣਾ ਪੈਣਾ ਕਿ ਇਹਨੂੰ ਪੋਲੀਟੀਕਲ ਤਰੀਕੇ ਨਾਲ ਘੁਮਾਇਆ ਗਿਆ ਹੈ। ਇਮੀਗ੍ਰੇਸ਼ਨ ਦਾ ਡਿਪਾਰਟਮੈਂਟ ਕਿਹਦੇ ਅੰਡਰ? ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ 에ਅਰਪੋਰਟ ਤੇ ਡਿਟੇਨ ਕੀਤਾ ਗਿਆ, ਕੁਐਸਚਨਿੰਗ ਕੀਤੀ ਗਈ ਤੇ ਉਹਨਾਂ ਨੂੰ ਯੂਕੇ ਫਲਾਈ ਨਹੀਂ ਕਰਨ ਦਿੱਤਾ ਗਿਆ। ਪੰਜਾਬ ਸਰਕਾਰ ਕਹਿ ਲਓ ਜਾਂ ਇੰਡੀਅਨ ਸਟੇਟ ਵੱਲੋਂ। ਪਰ ਇਸ ਮੁੱਦੇ ਨੇ ਸਿਆਸਤ ਪੰਜਾਬ ਦੇ ਅੰਦਰ ਭਖਾ ਦਿੱਤੀ ਹੈ। ਜਿਮਨੀ ਚੋਣ ਨੂੰ ਲੈ ਕੇ ਇਸ ਦੇ ਉੱਤੇ ਬਿਆਨ ਵੀ ਆ ਰਹੇ, ਇੱਕ ਮੁੱਦਾ ਉੱਭਰਦਾ ਨਜ਼ਰ ਆ ਰਿਹਾ ਹੈ। ਅੱਜ ਇਸੇ ਮੁੱਦੇ ਨੂੰ ਕਰਾਂਗੇ ਐਡਰੈਸ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਜੀ। ਤੇ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਤੇ ਜੀ ਅੰਮ੍ਰਿਤਪਾਲ ਹਜੇ ਤੱਕ ਫੜਿਆ ਨਹੀਂ ਗਿਆ। ਹੁਣ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਟਰੈਵਲ ਕਰਨਾ ਚਾਹ ਰਹੇ ਸੀ, ਯੂਕੇ ਸਿਟੀਜ਼ਨ ਨੇ, ਲੀਗਲੀ 6 ਮਹੀਨੇ ਹੋ ਗਏ ਉਹਨਾਂ ਨੂੰ। ਤੇ ਹੁਣ ਉਹਨਾਂ ਨੂੰ ਰੋਕ ਲੈਣਾ ਤੇ 1 ਮਹੀਨੇ ਉਹ ਉੱਥੋਂ ਜਦੋਂ ਉਹ ਪੰਜਾਬ 'ਚ ਸੀਗੇ ਉਦੋਂ ਪੁੱਛਗਿੱਛ ਵੀ ਕੀਤੀ ਗਈ ਤੇ ਹੁਣ ਰੋਕਣਾ, ਉਹਦੇ ਪਿੱਛੇ ਕੀ ਕਾਰਨ ਲੱਗ ਰਹੇ ਨੇ, ਕੀ ਇਹਦੇ ਪਿੱਛੇ ਲੱਗ ਰਿਹਾ? ਪਰ ਸਿਆਸੀ ਮੁੱਦਾ ਵੀ ਬਣ ਗਿਆ ਹੈ। ਦੇਖੋ ਜੀ, ਇਹਦੇ ਬਾਰੇ ਕੋਈ ਅਥਾਰਟੀਜ਼ ਨੇ ਤਾਂ ਸਪਸ਼ਟ ਨਹੀਂ ਕੀਤਾ ਹੈ। ਉਹਨਾਂ ਨੂੰ ਇਮੀਗ੍ਰੇਸ਼ਨ ਚੈੱਕ ਲਈ ਰੋਕਿਆ ਗਿਆ। ਹਾਲਾਂਕਿ ਕੋਈ ਅਜਿਹਾ ਰੀਜ਼ਨ ਨਹੀਂ ਸੀ। ਜਿਹੜੀ ਵੀ ਪੜਤਾਲ ਉਹਨਾਂ ਤੋਂ NIA ਦੀ ਟੀਮਾਂ ਵੀ ਗਈਆਂ ਸੀ, ਆਪਾਂ ਨੂੰ ਪਤਾ ਹੈ ਪੰਜਾਬ ਪੁਲਿਸ ਦੀਆਂ ਟੀਮਾਂ ਗਈਆਂ, ਉਹਨਾਂ ਤੋਂ ਪੁੱਛਗਿੱਛ ਹੋ ਚੁੱਕੀ ਸੀ। ਸੋ ਕੀ ਕਾਰਨ ਹੈ ਕਿ ਇੱਕ ਕੇਸ ਦੇ ਵਿੱਚ, ਯਾਨੀ ਕਿ ਅੰਮ੍ਰਿਤਪਾਲ ਦੇ ਖਿਲਾਫ ਜਿਹੜੇ ਵੀ ਕੇਸ ਰਜਿਸਟਰ ਕੀਤੇ ਗਏ ਨੇ ਉਹਨਾਂ ਦੇ ਵਿੱਚ ਉਹਨੂੰ ਪਨਾਹ ਦੇਣ ਦੇ ਪੁਆਇੰਟ ਆਫ ਵਿਊ ਨਾਲ ਕੋਈ ਅਜਿਹਾ ਕੇਸ ਬਣਦਾ ਹੈ, ਇਹਦੇ ਬਾਰੇ ਅਜੇ ਕੋਈ ਚੀਜ਼ ਕਲੀਅਰ ਨਹੀਂ ਹੈ। ਸੋ ਉਹਨਾਂ ਨੂੰ ਅਪੈਰੈਂਟਲੀ ਇਮੀਗ੍ਰੇਸ਼ਨ ਦੇ ਉੱਤੇ ਰੋਕਿਆ ਜਾਣਾ ਬੜੇ ਸਵਾਲ ਖੜੇ ਕਰਦਾ ਹੈ। ਯੂਜੂਅਲੀ ਕਿਹੜੀਆਂ ਸਥਿਤੀਆਂ ਦੇ ਵਿੱਚ ਇਹ ਹੁੰਦਾ ਜਦੋਂ ਕੋਈ ਐਸਾ ਸ਼ਖਸ ਹੁੰਦਾ ਹੈ ਜੋ ਕ੍ਰਿਮੀਨਲ ਹੁੰਦਾ ਹੈ ਤੇ ਉਹਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਹੁੰਦਾ ਹੈ। ਹੁਣ ਲੁੱਕਆਊਟ ਸਰਕੂਲਰ LOC ਜਿਸ ਨੂੰ ਕਿਹਾ ਜਾਂਦਾ ਹੈ, ਉਹਦੇ ਵੀ 2-3 ਕਿਸਮ ਦੇ ਵੇਰੀਐਂਟਸ ਹੁੰਦੇ ਨੇ। ਇੱਕ ਤਾਂ ਹੁੰਦਾ ਜਿਹੜਾ ਪਬਲਿਕ LOC ਹੁੰਦਾ ਹੈ, ਇੱਕ ਡਿਸਕ੍ਰੀਟਲੀ ਜਿਸ ਨੂੰ ਆਪਾਂ ਕਹਿ ਸਕਦੇ ਕਿ ਬਹੁਤ ਹੀ ਸਾਇਲੈਂਟਲੀ ਲੁੱਕਆਊਟ ਨੋਟਿਸ ਜਾਰੀ ਕੀਤਾ ਜਾਂਦਾ ਹੈ ਤੇ ਉਹਦਾ ਜ਼ਿਆਦਾ ਜਾਣਕਾਰੀ ਜਾਂ ਵੇਰਵਾ ਸ਼ੇਅਰ ਨਹੀਂ ਕੀਤਾ ਜਾਂਦਾ। ਅਤੇ ਯੂਜੂਅਲੀ ਜਿਹੜੀਆਂ ਦੇਸ਼ ਦੀਆਂ ਪ੍ਰੀਮੀਅਰ ਇਨਵੈਸਟੀਗੇਸ਼ਨ ਏਜੰਸੀਆਂ ਹੁੰਦੀਆਂ, ਕੁਝ ਅਜਿਹੇ ਲੋਕ ਹੁੰਦੇ ਨੇ ਜੋ ਕਿ ਉਹਨਾਂ ਦੀ ਵਾਚ ਲਿਸਟ ਦੇ ਉੱਤੇ ਹੁੰਦੇ ਨੇ, ਲੇਕਿਨ ਉਹ ਪਬਲਿਕਲੀ ਨਹੀਂ ਇਹ ਜਾਰੀ ਕਰਦੇ। ਯੂਜੂਅਲੀ ਆਪਾਂ ਦੇਖਿਆ ਵੀ ਜਦੋਂ ਵੀ LOC ਦੀ ਕੋਈ ਜਾਣਕਾਰੀ ਨਸ਼ਰ ਹੁੰਦੀ ਹੈ ਤਾਂ ਪੁਲਿਸ ਦੱਸਦੀ ਹੈ ਵੀ ਫਲਾਂ ਬੰਦੇ ਦਾ LOC ਜਾਰੀ ਕਰਤਾ ਗਿਆ ਹੈ। ਰਾਜੀਤ ਦਾ ਸ਼ਾਇਦ ਪਿੱਛੇ ਜ਼ਿਕਰ ਵੀ ਹੋਇਆ LOC ਵਗੈਰਾ ਦਾ, ਹੋਰ ਵੀ ਬਹੁਤ ਕੇਸਿਸ ਹੋਏ ਨੇ। ਸੋ ਇਸ ਕੇਸ ਦੇ ਵਿੱਚ ਕੀ ਕੋਈ ਐਸਾ ਅਜਿਹਾ LOC ਜਾਰੀ ਹੋਇਆ ਸੀ ਡਿਸਕ੍ਰੀਟ? ਕਿਉਂਕਿ ਓਪਨਲੀ ਤਾਂ ਕੋਈ ਚੀਜ਼ ਖੁੱਲੀ ਨਹੀਂ ਤੇ ਪੋਸੀਬਲ ਹੈ ਕਿ ਪੁਲਿਸ ਨੇ ਜਾਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਕੋਈ ਗੱਲ ਨਾ ਕੀਤੀ ਹੋਵੇ, ਲੇਕਿਨ ਜੇ ਕੋਈ ਲੁੱਕਆਊਟ ਸਰਕੂਲਰ ਦੀ ਲੋੜ ਤਾਂ ਹੁੰਦੀ ਹੈ ਜੇ ਬੰਦਾ ਫਰਾਰ ਹੋਵੇ, ਉਹਦੇ ਖਿਲਾਫ ਕੇਸ ਦਰਜ ਹੋਵੇ, ਉਹ ਕੋਆਪਰੇਟ ਨਹੀਂ ਕਰਦਾ ਪਿਆ, ਉਹ ਫਰਾਰ ਹੈ, ਉਹਦੇ ਵੇਅਰ ਅਬਾਊਟਸ ਦਾ ਨਹੀਂ ਪਤਾ, ਉਹਦੇ ਘਰ ਦਾ ਠਿਕਾਣੇ ਦਾ ਨਹੀਂ ਪਤਾ ਤੇ ਪੁਲਿਸ ਉਹਨੂੰ ਲੱਭਦੀ ਪਈ ਹੈ, ਉਹ ਨਹੀਂ ਮਿਲ ਰਿਹਾ। ਲੇਕਿਨ ਇਸ ਕੇਸ ਦੇ ਵਿੱਚ ਅਜਿਹੀ ਕੋਈ ਗੱਲਬਾਤ ਨਹੀਂ ਹੈ। ਇਹਨਾਂ ਦੇ ਜੋ ਧਰਮ ਪਤਨੀ ਹੈਗੇ ਨੇ ਉਹ ਤਾਂ ਆਪਣੇ ਘਰੇ ਹੈਗੇ ਨੇ, ਉਹਨਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ, ਕੋਈ ਅਜਿਹੀ ਪਾਬੰਦੀ ਨਹੀਂ ਹੈ, ਨਾ ਉਹਨਾਂ ਨੂੰ ਸੂਚਿਤ ਕੀਤਾ ਗਿਆ ਤੇ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਬਾਕਾਇਦਾ ਜਿਸ ਸਿਸਟਮ ਦੇ ਨਾਲ ਆਏ ਉਸੇ ਸਿਸਟਮ ਦੇ ਨਾਲ ਜਾ ਰਹੇ ਨੇ। ਸੋ ਇਹ ਇੱਕ ਹੈਰਾਨੀ ਜ਼ਰੂਰ ਖੜੀ ਕਰਦਾ ਹੈ ਕਿਉਂਕਿ ਇਹਦੇ ਬਾਰੇ ਕਲੈਰੀਫਿਕੇਸ਼ਨ ਥੋੜੀ ਜਿਹੀ ਹੋਣੀ ਜ਼ਰੂਰ ਚਾਹੀਦੀ ਸੀ। ਹਾਲਾਂਕਿ ਕੌਣ ਕਰੇਗਾ, ਇਮੀਗ੍ਰੇਸ਼ਨ ਦਾ ਇਹ ਵਿਸ਼ਾ ਹੈ। ਇਹਦੇ ਚ ਦੇਖੋ ਪੰਜਾਬ ਸਰਕਾਰ ਦੀ ਰეკਮੈਂਡੇਸ਼ਨ ਤੇ ਨਿਕਲਿਆ ਉਹ ਲੁੱਕਆਊਟ ਨੋਟਿਸ ਜੇ ਡਿਸਕ੍ਰੀਟ ਵੀ ਹੈ ਤਾਂ ਇਹ ਪੰਜਾਬ ਸਰਕਾਰ ਨੇ ਕਿਹਾ ਹੋਣਾ ਕਿ ਸਿੱਧਾ ਸੈਂਟਰ ਵੀ ਆਪਦੇ ਲੈਵਲ ਤੇ ਕਰ ਸਕਦਾ। ਦੇਖੋ ਇਹ ਇਸ ਚੀਜ਼ ਦੇ ਬਾਰੇ ਕੁਝ ਨਹੀਂ ਪਤਾ ਹੈ। ਇਹ ਬਹੁਤ ਇੱਕ ਮੇਜਰ ਸਵਾਲ ਹੈ ਕਿਉਂਕਿ ਹੁਣ ਕੋਈ ਅਥਾਰਟੀ ਜ਼ਿੰਮੇਵਾਰੀ ਨਹੀਂ ਲਏਗੀ ਛੇਤੀ।
ਕੇਂਦਰੀ ਏਜੰਸੀਆਂ ਦੇਖੋ ਇੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ 'ਚ ਹੋ ਜਾਂਦੀ ਹੈ, ਸੋ ਕਿਸ ਨੇ ਜ਼ਿੰਮੇਵਾਰੀ ਲਈ? ਪੰਜਾਬ ਨੇ ਕਹਿੰਦਾ ਸਾਡੀ ਜੇਲ੍ਹ 'ਚ ਨਹੀਂ ਹੋਇਆ। ਕੇਂਦਰ ਦੀਆਂ ਏਜੰਸੀਆਂ ਨੂੰ ਜਾਂ ਕਿਸੇ ਹੋਰ ਸਟੇਟ ਦੀ ਪੁਲਿਸ ਨੂੰ ਜਵਾਬ ਦੇਣ ਦੀ ਲੋੜ ਹੀ ਨਹੀਂ, ਕਿਉਂਕਿ ਉਹਨਾਂ ਤੇ ਸਵਾਲ ਬਣ ਹੀ ਨਹੀਂ ਰਿਹਾ। ਸੋ ਇਸ ਕੇਸ ਦੀ ਵੀ ਉਹੀ ਤਕਰੀਬਨ ਸਥਿਤੀ ਹੈ, ਕਿਉਂਕਿ ਇਹ ਬੇਸਿਕਲੀ ਤਾਂ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਸ ਨੂੰ ਇਸ ਚੀਜ਼ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਇਹ ਐਂਡ ਆਈ ਹੋਪ ਕਿ ਇਹਨਾਂ ਦਾ ਜਿਹੜਾ ਲੀਗਲ ਜਿਹੜਾ ਇਹਨਾਂ ਦੇ ਵਕੀਲ ਹੋਣਗੇ ਉਹ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨਗੇ, ਕਿਉਂਕਿ ਦੇਖੋ ਇਹਨਾਂ ਦਾ ਇਹ ਯੂਕੇ ਦੇ ਸਿਟੀਜ਼ਨ ਹੈਗੇ ਨੇ, ਯੂਕੇ ਗਵਰਨਮੈਂਟ ਵੀ ਇਸ ਕੇਸ ਦੇ ਵਿੱਚ ਇੰਟਰਵੀਨ ਕਰ ਸਕਦੀ ਹੈ। ਪਹਿਲਾਂ ਵੀ ਜਿਹੜੇ ਚੰਗੇ ਸੰਬੰਧ ਨਹੀਂ ਰਹੇ ਨੇ ਕਈ ਇਸ਼ੂਜ਼ ਨੂੰ ਲੈ ਕੇ, ਜੱਗੀ ਜੋਹਲ ਦਾ ਅਜਿਹਾ ਮਾਮਲਾ ਹੈ ਜਿਸ ਦੇ ਵਿੱਚ ਕਿ ਉਹਦੇ ਖਿਲਾਫ ਤਾਂ ਕੇਸ ਰਜਿਸਟਰ ਕੀਤਾ ਗਿਆ, ਉਹਦੇ ਖਿਲਾਫ ਬਹੁਤ ਸਖਤ ਧਾਰਾਵਾਂ ਜਿਹੜੀਆਂ ਸੀ, UAPA ਦਾ ਕੇਸ ਸੀ ਜਿਸ ਤਹਿਤ ਕਿ ਉਸਦੀ ਬੇਲ ਅੱਜ ਤੱਕ ਨਹੀਂ ਹੋ ਪਾਈ ਹੈ ਤੇ ਅੱਜ ਤਕਰੀਬਨ 5 ਸਾਲ ਹੋ ਚੁੱਕੇ ਨੇ ਸ਼ਾਇਦ, ਇਫ ਆਮ ਨਾਟ ਰੋਂਗ। ਸੋ ਲੇਕਿਨ ਇਹ ਕੇਸ ਅਜਿਹਾ ਨਹੀਂ ਹੈ। ਤੇ ਜਿਹੜਾ ਸਿਆਸੀ ਪ੍ਰਤੀਕਰਮ ਦੀ ਤੁਸੀਂ ਗੱਲ ਕੀਤੀ ਹੋਣਾ ਸੁਭਾਵਿਕ ਹੈ, ਕਿਉਂਕਿ ਠੀਕ ਹੈ ਅੰਮ੍ਰਿਤਪਾਲ ਦੀ ਸਪੋਰਟ ਦੇ ਵਿੱਚ ਬਹੁਤ ਸਿਆਸੀ ਪਾਰਟੀਆਂ ਨਹੀਂ ਹੈ, ਲੀਡਰ ਨਹੀਂ ਬੋਲੇ। ਇਵਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਵੱਲੋਂ ਵੀ ਜਿਹੜੀਆਂ ਗੱਲਾਂ ਬਾਤਾਂ ਬਹੁਤ ਹੀ ਨਪੇ ਤੁਲੇ ਸ਼ਬਦਾਂ ਦੇ ਵਿੱਚ ਕੀਤੀਆਂ ਗਈਆਂ, ਉਹਨਾਂ ਨੇ ਕੋਈ ਜ਼ਿਆਦਾ ਇਸ ਘਟਨਾ ਤੋਂ ਪਹਿਲਾਂ 18 ਮਾਰਚ ਦੀ ਘਟਨਾ ਤੋਂ ਪਹਿਲਾਂ ਕੋਈ ਅਜਿਹੀ ਗੱਲਬਾਤ ਸੀ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਕੋਈ ਅਜਿਹਾ ਸਪੋਰਟ ਨਹੀਂ ਸੀ, ਲੀਡਰ ਸਾਇਲੈਂਟ ਸੀ, ਪੋਲੀਟੀਕਲ ਪਾਰਟੀਆਂ ਉਹਦੇ ਬਾਰੇ ਕੋਈ ਬਿਆਨ ਨਹੀਂ ਸੀ ਦੇ ਰਹੀਆਂ, ਉਹਦੀ ਆਪਣੀ ਗਤੀਵਿਧੀਆਂ ਨੂੰ ਸਾਰੇ ਮੋਨੀਟਰ ਕਰ ਰਹੇ ਸੀ। ਲੇਕਿਨ ਅਜਨਾਲੀ ਦੀ ਘਟਨਾ ਤੋਂ ਬਾਅਦ ਸਾਰੀ ਗੱਲਾਂ ਬਾਤਾਂ ਥੋੜੀ ਬਹੁਤ ਤੇਜ਼ੀਆਂ ਕੁਝ ਪਾਰਟੀਆਂ ਨੇ, ਕੁਝ ਲੀਡਰਾਂ ਨੇ ਬੋਲਿਆ। ਲੇਕਿਨ ਇਸ ਕੇਸ ਦੇ ਵਿੱਚ ਵਿਸ਼ਾ ਇਹ ਆ ਰਿਹਾ ਹੈ ਕਿ ਤੁਸੀਂ ਕਿਸੇ ਸ਼ਖਸ ਦੀ ਪਤਨੀ ਨੂੰ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਉਸਦੀ ਆਪਣੀ ਅਪਰਾਧਿਕ ਜੋ ਵੀ ਉਸਦਾ ਬੈਕਗਰਾਉਂਡ ਹੈ ਉਸ ਦੇ ਬੇਸ ਉੱਤੇ ਕਿਵੇਂ ਚੁਣੌਤੀ ਦੇ ਸਕਦੇ ਹੋ, ਉਹਨੂੰ ਕਿਵੇਂ ਰੋਕ ਸਕਦੇ ਹੋ। ਸੋ ਇਸ ਦੀ ਜਵਾਬ ਦੇਣਾ ਪਏਗਾ ਕਿ ਇਹ ਹੈਰਸ ਕਰਨ ਦੀ ਕੋਸ਼ਿਸ਼ ਹੈ, ਇੱਕ ਹਿਊਮਿਲੀਏਟ ਕਰਨ ਦੀ ਕੋਸ਼ਿਸ਼ ਹੈ, ਜਾਂ ਫਿਰ ਬਾਕੀ ਕੋਈ LOC ਤੁਸੀਂ ਜਾਰੀ ਕੀਤਾ ਹੋਇਆ ਜਿਸ ਬੇਸ ਉੱਤੇ ਕਿਸ ਨੂੰ ਰੋਕਿਆ ਗਿਆ, ਕਿਉਂਕਿ LOC ਤੋਂ ਬਗੈਰ ਤੁਸੀਂ ਰੋਕ ਨਹੀਂ ਸਕਦੇ, ਤੁਹਾਨੂੰ ਵੇਰਵੇ ਸਾਂਝੇ ਕਰਨੇ ਪੈਣਗੇ। ਹੁਣ ਇਹ ਤਾਂ ਇਮੀਗ੍ਰੇਸ਼ਨ ਤੋਂ ਇਹਨਾਂ ਦੇ ਜਿਹੜੇ ਵਕੀਲ ਹੈਗੇ ਨੇ ਉਹ ਇਸ ਚੀਜ਼ ਦੀ ਪੁੱਛਗਿੱਛ ਕਰਨ, ਬਿਕੋਜ਼ ਉਹਨਾਂ ਦੀ ਕਿੰਨੀ ਦੇਰ ਦਾ ਵੀਜ਼ਾ ਹੈ, ਕਿੰਨੀ ਦੇਰ ਤੱਕ ਉਹ ਇੰਡੀਆ ਰਹਿ ਸਕਦੇ ਸੀ, ਉਹਦੇ ਬਾਰੇ ਵੀ ਜਿਹੜੇ ਵੇਰਵੇ ਹੈਗੇ ਨੇ। ਮੈਨੂੰ ਲੱਗਦਾ ਸ਼ਾਇਦ ਇਹਨਾਂ ਕੋਲ ਜ਼ਿਆਦਾ ਸਮਾਂ ਵੀ ਨਹੀਂ ਹੋਏਗਾ ਕਿ ਕਿੰਨੀ ਦੇਰ ਤੱਕ ਇੰਡੀਆ ਰਹਿ ਸਕਦੇ ਨੇ। ਸੋ ਲੀਗਲੀ ਇਹਨਾਂ ਦੀ ਜਿਹੜੀਆਂ ਆਬਲੀਗੇਸ਼ਨਸ ਇਹਨਾਂ ਨੇ ਮੁੜਨਾ ਤਾਂ ਪੈਣਾ ਹੀ ਹੈ। ਜੇ ਓਵਰਸਟੇ ਕਰਨਗੇ ਫਿਰ ਇਹਨਾਂ ਦੇ ਉੱਤੇ ਕੋਈ ਕੇਸ ਬਣੇਗਾ ਜਾਂ ਬਣਾਇਆ ਜਾਏਗਾ। ਲੇਕਿਨ ਇਸ ਕੇਸ ਦੇ ਵਿੱਚ ਕਿਉਂਕਿ ਇਹਨਾਂ ਨੂੰ ਖੁਦ ਅਥਾਰਟੀਜ਼ ਨੇ ਰੋਕਿਆ, ਸੋ ਉਹਦੀ ਰਿਸਪੌਂਸਿਬਿਲਿਟੀ ਹੁਣ ਸਰਕਾਰ ਦੇ ਉੱਤੇ ਆਉਂਦੀ ਹੈ ਕਿ ਉਹਨਾਂ ਨੂੰ ਜਾਂ ਤਾਂ ਇਹਨਾਂ ਨੂੰ ਕਲੀਅਰੈਂਸ ਦੇਣੀ ਪਏਗੀ, ਤੇ ਜੇ ਇਹਨਾਂ ਨੂੰ ਰੋਕੇ ਜਾਣ ਦਾ ਕੋਈ ਵੈਲਿਡ ਰੀਜ਼ਨ ਜਾਂ ਗਰਾਊਂਡ ਹੈ ਉਹਨੂੰ ਉਹਦੀ ਜਵਾਬਦੇਹੀ ਹੈ ਬਣਦੀ ਹੈ। ਇੱਕ ਗੱਲ ਦੇਖਣ ਨੂੰ ਇਹ ਹੈ ਵੀ ਪੰਜਾਬ ਜਿਹੜੀ ਇੰਡੀਆ ਦੀ ਐਮਬੈਸੀ ਹੈ UK 'ਚ, ਉੱਥੇ ਅਟੈਕ ਹੋਇਆ ਤੇ ਇੰਡੀਆ ਸਰਕਾਰ ਬਹੁਤ ਜ਼ੋਰਾਂ ਸ਼ੋਰਾਂ ਨਾਲ ਉੱਤੇ ਫੋਕਸ ਕਰ ਰਹੀ ਹੈ ਵੀ ਉਹਦੇ ਜਿਹੜੇ ਬੰਦੇ ਨੇ ਅਟੈਕ ਕੀਤਾ ਸੀ ਉਹਦੇ 'ਤੇ ਕਾਰਵਾਈ ਹੋਵੇ, ਤੇ ਇਹ UK ਸਿਟੀਜ਼ਨ ਨੇ, ਤੇ ਕਿਤੇ ਨਾ ਕਿਤੇ ਗਿਵ ਐਂਡ ਟੇਕ ਹੁੰਦਾ ਸਰਕਾਰਾਂ ਦੇ ਅੰਦਰ। ਇਹੋ ਜਿਹੀਆਂ ਚੀਜ਼ਾਂ ਜਿਹੜੇ ਅੰਦਰਲੀਆਂ ਗੱਲਾਂ ਹੁੰਦੀਆਂ ਉਹਦੇ ਬਹੁਤ ਕੁਝ ਚੱਲਦਾ ਰਹਿੰਦਾ ਹੈਗਾ, ਤਾਂ ਕਿਤੇ ਨਾ ਕਿਤੇ ਇਸ ਇੰਸੀਡੈਂਟ ਨੂੰ ਉਸ ਇੰਸੀਡੈਂਟ ਨਾਲ ਜੋੜ ਕੇ ਸਰਕਾਰਾਂ ਨਾਲ ਆਪਸੀ ਜਿਹੜਾ ਗੱਲਬਾਤ ਹੁੰਦੀ ਹੈ ਜਾਂ ਕਹਿਣ ਦੀ ਗੱਲ ਹੁੰਦੀ ਹੈ ਵੀ ਤੁਹਾਡਾ ਸਿਟੀਜ਼ਨ ਸਾਡੇ ਕੋਲ ਆ, ਉਹ ਗੱਲਾਂ ਜਾਣਗੀਆਂ, ਤਾਂ ਉਹ ਚੀਜ਼ ਵੀ ਕਿਤੇ ਨਾ ਕਿਤੇ ਇਨਫਲੂਐਂਸ ਤੇ ਤੁਹਾਨੂੰ ਲੱਗਦਾ ਵੀ ਸਰਕਾਰ ਮੰਗ ਕਰ ਸਕਦੀ ਹੈ? ਬਿਲਕੁਲ ਕਰੇਗੀ ਵੀ ਤੁਸੀਂ ਉਸ ਕੇਸ 'ਚ ਐਕਸ਼ਨ ਲਓ, ਅਸੀਂ ਤੁਹਾਡੇ ਸਿਟੀਜ਼ਨ ਨੂੰ ਰਿਲੀਵ ਕਰ ਦਿੰਦੇ ਹਾਂ। ਨਹੀਂ, ਇਹ ਬਾਰਗੇਨਿੰਗ ਐਦਾਂ ਨਹੀਂ ਹੋ ਸਕਦੀ ਮੈਨੂੰ ਲੱਗਦਾ। ਇਹ ਤਾਂ ਫਿਰ ਇੱਕ ਬਲੈਕਮੇਲਿੰਗ ਵਾਲੀ ਗੱਲ ਹੋ ਗਈ ਨਾ ਵੀ ਤੁਸੀਂ ਸਾਡੇ ਮਤਲਬ ਉਹ ਨਹੀਂ ਹੋਏਗਾ। ਮੁੱਦਾ ਇਹ ਹੈ ਕਿ ਅਲੱਗ-ਅਲੱਗ ਵਿਸ਼ੇ ਨੇ, ਇਹ ਕੇਸ ਨੂੰ ਇਸ ਦੀ ਮੈਰਿਟਸ ਦੇ ਉੱਤੇ ਹੀ ਐਗਜ਼ਾਮਿਨ ਕੀਤਾ ਜਾਣਾ ਚਾਹੀਦਾ। ਮੈਂ ਬਾਰ-ਬਾਰ ਇਹੀ ਕਹਿ ਰਿਹਾ ਤੇ ਇਹੀ ਗੱਲਬਾਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ, ਜੋ ਉਹਨਾਂ ਦਾ ਸੈਂਟੀਮੈਂਟ ਹੈ, ਈਵਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਜਿਹੜੀ ਗੱਲ ਕਹਿ ਰਹੇ ਨੇ ਕਿ ਤੁਸੀਂ ਜੇ ਉਹਨਾਂ ਦਾ ਕੋਈ ਕਸੂਰ ਬਣਦਾ ਹੈ ਉਸ ਦੇ ਬਾਰੇ ਜਾਣਕਾਰੀ ਦਿਓ, ਉਹਨਾਂ ਦੇ ਪੁੱਛਗਿੱਛ ਕਰੋ, ਰੋਕੋ, ਠੀਕ ਹੈ, ਗ੍ਰਿਫਤਾਰ ਕਰੋ, ਕੇਸ ਕਰੋ, ਜੋ ਵੀ ਕਰਨਾ ਹੈ। ਲੇਕਿਨ ਜੇ ਸਿਰਫ ਇਸ ਵਾਸਤੇ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ ਤੇ ਉਸ ਦੇ ਬਾਕੀ ਜਿਹੜੇ ਹੋਰ ਕ੍ਰੈਡੈਂਸ਼ੀਅਲਸ ਹੈਗੇ ਨੇ, ਉਹਦੀ ਹੋਰ ਜਿਹੜੀ ਭੂਮਿਕਾ ਹੈਗੀ ਹੈ, ਉਹਦੇ ਬਾਰੇ ਤੁਹਾਡੇ ਕੋਲ ਕੋਈ ਕੰਕਰੀਟ ਜਾਣਕਾਰੀ ਹੈ, ਤੁਸੀਂ ਅਜੇ ਤੱਕ ਨਾਮਜ਼ਦ ਕਿਉਂ ਨਹੀਂ ਕੀਤਾ? ਤੇ ਜੇ ਨਾਮਜ਼ਦ ਨਹੀਂ ਕੀਤਾ ਤੁਸੀਂ ਸਿਰਫ ਹਿਊਮਿਲੀਏਟ ਕਰਨ ਲਈ ਕਰ ਰਹੇ ਹੋ। ਦੇਖੋ ਇੱਥੇ ਅੰਮ੍ਰਿਤਪਾਲ ਦੇ ਹੀ ਪ੍ਰਕਰਣ ਦੇ ਵਿੱਚ ਜਾਂ ਇਸ ਕੇਸ ਜਾਂ ਘਟਨਾਕ੍ਰਮ ਦੇ ਨਾਲ ਜੋੜ ਕੇ ਕਿੰਨੇ ਜਰਨਲਿਸਟ ਨੂੰ, ਕਿੰਨੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ, ਕਿੰਨੇ ਲੋਕਾਂ ਨੂੰ ਹੈਰਸ ਕੀਤਾ ਗਿਆ ਹੈ। ਮਸਲਾ ਇਹ ਹੈ ਨਾ ਵੀ ਰੌਲਾ ਕੀ ਸੀਗਾ, ਤੁਸੀਂ ਇੰਨੇ ਲੋਕਾਂ ਨੂੰ, ਪੱਤਰਕਾਰਾਂ ਨੂੰ ਗ੍ਰਿਫਤਾਰ ਤੱਕ ਕਰ ਲਿਆ, ਪਰਚੇ ਤੱਕ ਰਜਿਸਟਰ ਕਰ ਲਏ, ਜਾਂ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਭੇਜੀ, ਦਬਿਸ਼ ਕੀਤੀ, ਸੋ ਸਿਰਫ ਇੱਕ ਬਹਾਨਾ ਮਿਲ ਗਿਆ। ਸੋ ਕੀ ਉਹੀ ਬਹਾਨਾ ਬਣਾ ਕੇ ਹੁਣ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਤੇ ਜੇ ਆਪਾਂ ਪੁਲਿਸ ਦੀ ਗੱਲ ਕਰੀਏ, ਦੇਖੋ ਅਨਫੋਰਚੂਨੇਟ ਹੈ ਪੰਜਾਬ ਪੁਲਿਸ ਦੀ, ਮੈਂ ਅਗੇਨ ਆਈ ਜਸਟ ਕਮ ਡਾਊਨ ਟੂ ਦੈਟ, ਇੰਡੀਆ ਦੀ ਏਜੰਸੀਆਂ ਜਾਂ ਇੰਡੀਅਨ ਜਿਹੜੀ ਸਿਸਟਮ ਹੈ ਉਸ ਦੇ ਵਿੱਚ ਵੀ ਇੰਨੀ ਵਧੀਕੀ ਨਹੀਂ ਹੈ ਜਿੰਨੀ ਸਾਡੇ ਪੰਜਾਬ ਦੇ ਵਿੱਚ ਹੈ ਜੀ। ਤੇ ਕ੍ਰਿਮੀਨਲ ਜਿਹੜਾ ਹੁੰਦਾ ਹੈ, ਤੁਸੀਂ ਦੇਖੋ ਵੀ ਕ੍ਰਿਮੀਨਲ ਦੇ ਕੁਝ ਹਿਊਮਨ ਰਾਈਟਸ ਹੋਣਗੇ, ਠੀਕ ਹੈ, ਕ੍ਰਿਮੀਨਲ ਨੂੰ ਤੁਸੀਂ ਫੜ ਲਿਆ, ਤੁਸੀਂ ਉਸ ਤੋਂ ਪੁੱਛਗਿੱਛ ਕਰ ਰਹੇ ਹੋ, ਤੁਸੀਂ ਉਹਦੀਆਂ ਰਿਮਾਂਡਾਂ ਲੈ ਰਹੇ ਹੋ, ਤੁਸੀਂ ਉਸ ਉੱਤੇ ਕੇਸ ਬਣਾ ਰਹੇ ਹੋ। ਲੇਕਿਨ ਇੱਥੇ ਇੱਕ ਰਿਵਾਇਤ ਰਹੀ ਹੈ ਜੋ ਕਿ ਗੱਲ ਅੱਜ ਕਰਨੀ ਬਣਦੀ ਹੈ, ਕਿਉਂਕਿ ਚਲੋ ਇੱਕ ਵੱਖਰਾ ਸੰਦਰਭ ਹੈ, ਲੇਕਿਨ ਤੁਸੀਂ ਕ੍ਰਿਮੀਨਲਸ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਭੈਣਾਂ, ਉਹਨਾਂ ਦੇ ਭਰਾ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਥਾਣਿਆਂ 'ਚ ਬੁਲਾ ਕੇ ਸੱਦ ਕੇ ਹੈਰਸ ਕੀਤਾ ਜਾਂਦਾ ਹੈ। ਅੱਜ ਇਸ ਬਹਾਨੇ ਆਪਾਂ ਨੂੰ ਇਸ ਗੱਲ ਨੂੰ ਕਰਨ ਦਾ ਮੌਕਾ ਮਿਲ ਰਿਹਾ ਹੈ, ਪਰ ਇਹ ਪੁਲਿਸਿੰਗ ਹੈ,
ਪੰਜਾਬ ਦੀ ਇੰਡੀਆ ਦੀ ਨਹੀਂ ਮੈਂ ਕਹਾਂਗਾ, ਮੈਂ ਤੁਹਾਨੂੰ ਇੱਥੇ ਅਗੇਨ ਕੋਟ ਕਰਦਾ। ਦੇਖੋ ਆਪਾਂ ਕਈ ਵਾਰ ਗੱਲਾਂ ਕਰਦੇ ਨੇ ਇੰਡੀਅਨ ਏਜੰਸੀਜ਼ ਦੀ, ਮੈਂ ਅੱਜ ਕੋਟ ਕਰਨਾ ਚਾਹਾਂਗਾ ਕਿ ਜਿਹੜੀ NIA ਵਰਗੀ ਏਜੰਸੀਜ਼ ਨੇ ਦੇ ਆਰ ਵੈਰੀ ਫੇਅਰ। ਉਹ ਇਹਨਾਂ ਕੋਲ ਆਏ ਨੇ, ਉਹਨਾਂ ਨੇ ਪੁੱਛਗਿੱਛ ਕੀਤੀ ਹੈ ਤੇ ਬਹੁਤ ਅਜਿਹੇ ਘਰਾਂ ਦੇ ਵਿੱਚ ਉਹਨਾਂ ਨੇ ਛਾਪੇ ਵੀ ਮਾਰੇ ਨੇ। ਆਪਾਂ ਨੂੰ ਪਤਾ ਹੀ ਹੈ ਵੀ ਇਹ ਗੈਂਗਸਟਰਾਂ ਦੇ ਚੱਕਰਾਂ 'ਚ NIA ਨੇ ਸੈਂਕੜਾਂ ਦੀ ਗਿਣਤੀ ਵਿੱਚ ਛਾਪੇਮਾਰੀ ਕੀਤੀ ਹੈ ਪੰਜਾਬ ਹਰਿਆਣਾ। ਲੇਕਿਨ ਜੋ ਮੇਰੀ ਜਾਣਕਾਰੀ ਹੈ, ਜਦੋਂ NIA ਦੀ ਟੀਮਸ ਆਉਂਦੀਆਂ ਨੇ ਕਿਸੇ ਲੋਕ ਬੰਦੇ ਦੇ ਘਰੇ, ਉਹ ਜਿਹੜੀ ਚਾਹ ਪਾਣੀ ਪੀਂਦੇ ਨੇ ਨਾ ਜੀ, ਨਾਸ਼ਤਾ ਕਰਦੇ ਨੇ, ਖਾਣਾ ਮੰਗਾਉਂਦੇ ਨੇ, ਉੱਥੇ ਕਿਉਂਕਿ ਕਈ ਘੰਟੇ ਪੁੱਛਗਿੱਛ ਚੱਲਦੀ ਹੈ, ਉਹਦਾ ਵੀ ਉਹ ਪੈਸਾ ਹਰਜਾਨਾ ਬਿੱਲ ਦੇ ਕੇ ਜਾਂਦੇ ਨੇ। ਇਹ ਮੈਂ NIA ਦੀ ਗੱਲ ਕਰਦਾ ਪਿਆ। ਇਸੇ ਤਰੀਕੇ ਨਾਲ ਹੋਰ ਵੀ ਜਿਹੜੀਆਂ ਸਟੇਟ ਪੁਲਿਸ ਹੈਗੀਆਂ, ਕਿਉਂਕਿ ਉਹ ਇਸ ਚੀਜ਼ ਨੂੰ ਜ਼ਿੰਮੇਵਾਰੀ ਮੰਨਦੇ ਨੇ ਕਿ ਜੇ ਅਸੀਂ ਕਿਸੇ ਦੇ ਘਰੇ ਜਾ ਰਹੇ ਹਾਂ, ਬੇਸ਼ੱਕ ਉਹ ਇੱਕ ਕ੍ਰਿਮੀਨਲ ਹੋ ਸਕਦਾ, ਉਸ ਦੇ ਐਂਟੀਸੀਡੈਂਟਸ ਹੋ ਸਕਦੇ ਨੇ, ਉਸ ਤੋਂ ਪੁੱਛਗਿੱਛ ਹੋ ਰਹੀ ਹੈ, ਲੇਕਿਨ ਉੱਥੇ ਜਦੋਂ ਤੁਸੀਂ ਖਰਚਾ ਪਾਣੀ ਕੀਤਾ, ਬੈਠ ਕੇ ਖਾਇਆ ਪੀਆ, ਉਹਨਾਂ ਦੇ ਬਿੱਲ ਤੱਕ ਉਹ ਕਲੇਮ ਕਰਦੇ ਨੇ ਤੇ ਉਹ ਪੇਮੈਂਟ ਕਰਕੇ ਜਾਂਦੇ ਨੇ। ਮੈਂ ਤੁਹਾਨੂੰ ਫੈਕਚੁਅਲ ਗੱਲ ਦੱਸਦਾ ਪਿਆ। ਲੇਕਿਨ ਆਪਣੇ ਪੰਜਾਬ ਦੇ ਵਿੱਚ ਇਹ ਨਹੀਂ ਚੱਲਦਾ। ਇਹ ਤਾਂ ਬਗਾਰ ਹੋ ਜਾਂਦੀ ਹੈ। ਉੱਥੇ ਕਿਸੇ ਦੇ ਘਰੇ ਤੁਸੀਂ ਪੁੱਛਗਿੱਛ ਕਰਨ ਜਾਓ ਤਾਂ ਸਾਰਾ ਖਰਚਾ ਪਾਣੀ ਉਸ ਪਰਿਵਾਰ ਲਈ ਆਫਤ ਆ ਜਾਂਦੀ ਹੈ। ਹੁਣ ਗੱਲ ਧੀਆਂ ਭੈਣਾਂ ਦੀ ਰਹਿ ਗਈ ਜਾਂ ਰਿਸ਼ਤੇਦਾਰਾਂ ਦੀ ਰਹਿ ਗਈ, ਥਾਣਿਆਂ ਦੇ ਵਿੱਚ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਕਰਨਾ ਇੱਕ ਆਮ ਸਟੈਂਡਰਡ ਆਪਰੇਟਿੰਗ ਪ੍ਰੋਟੋਕੋਲ ਹੈ। ਸਟੈਂਡਰਡ ਤਾਂ ਕੁਝ ਨਹੀਂ ਇਹਦਾ, ਲੇਕਿਨ SOP ਬਣੀ ਹੋਈ ਹੈ। ਇਹ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਦਾ ਜਦੋਂ ਦੌਰ ਸੀ, ਉਹਨਾਂ ਦੌਰਾਂ ਦੇ ਵਿੱਚ ਤੁਸੀਂ ਨਾ ਸਿਰਫ ਉਹਨਾਂ ਨੂੰ ਬੁਲਾ ਕੇ ਹੈਰਸ ਕੀਤਾ ਜਾਂਦਾ ਹੈ, ਜਲੀਲ ਕੀਤਾ ਜਾਂਦਾ, ਬਲਕਿ ਇੱਕ ਵੱਖਰੇ ਲੈਵਲ ਦੀ ਹਿਊਮਿਲੀਏਸ਼ਨ ਹੈ। ਸੋ ਇੱਕ ਬਹੁਤ ਅਨਫੋਰਚੂਨੇਟ ਪਾਰਟ ਹੈ। ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ, ਈਵਨ ਇੰਡੀਆ ਦੇ ਵਿੱਚ ਵੀ ਬਹੁਤ ਸੇ ਅਜਿਹੇ ਸਟੇਟਸ ਨੇ ਜਿਸ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਹੋ। ਸਾਡੀਆਂ ਕੇਂਦਰੀ ਏਜੰਸੀਆਂ ਇੰਡੀਆ ਦੀ ਵੀ ਇਹ ਕੁਝ ਨਹੀਂ ਕਰਦੀਆਂ, ਲੇਕਿਨ ਇੱਥੇ ਇੱਕ ਜਿਹੜਾ ਇੱਕ ਲੋਕਲ ਲੈਵਲ ਦਾ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਹੈ, ਤੇ ਉੱਥੇ ਨਾ ਕੋਈ ਪੁੱਛਗਿੱਛ ਹੈ। ਕੁਦਰਤੀ ਹਾਲਾਤ ਅਜਿਹੇ ਹੁੰਦੇ ਨੇ, ਜਦੋਂ ਕ੍ਰਿਮੀਨਲ ਦੇ ਉੱਤੇ ਕੜੀਕੀ ਕੱਸ ਗਈ ਹੁੰਦੀ ਹੈ, ਉਹ ਬਦਨਾਮੀ ਐਸੀ ਹੋ ਰਹੀ ਹੁੰਦੀ ਹੈ ਵੀ ਉਹਦੇ ਹੱਕ 'ਚ ਕੋਈ ਖੜਾ ਨਹੀਂ ਹੁੰਦਾ, ਕੋਈ ਹਾਂ ਦਾ ਨਾਰਾ ਨਹੀਂ ਮਾਰਦਾ ਵੀ ਇਹਦੇ ਪਰਿਵਾਰ ਨੂੰ ਕਿਉਂ ਤੰਗ ਕਰਦੇ ਪਏ ਹੋ। ਚੰਗੀ ਗੱਲ ਹੈ ਜੀ, ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇਹ ਗੱਲ ਚੁੱਕ ਰਹੇ ਨੇ। ਇਹ ਉੱਠਣੀ ਚਾਹੀਦੀ ਹੈ ਵੀ ਤੁਸੀਂ ਇਸ ਬਹਾਨੇ ਇਹ ਨੈਰੇਟਿਵ ਵੀ ਆਉਣਾ ਚਾਹੀਦਾ ਵੀ ਤੁਸੀਂ ਇਹ ਬੰਦ ਕਰੋ, ਹੈਰੈਸਮੈਂਟ ਹੈ, ਪਰਿਵਾਰਾਂ ਨੂੰ ਬੰਦ ਕਰੋ। ਤੁਸੀਂ ਯੂ ਹੈਵ ਨੋ ਬਿਜ਼ਨਸ ਕਿ ਤੁਸੀਂ ਕਿਸੇ ਦੇ ਰਿਸ਼ਤੇਦਾਰਾਂ ਨੂੰ ਤੰਗ ਕਰੋ, ਕਿਸੇ ਦੀ ਧੀ ਭੈਣ ਨੂੰ ਤੁਸੀਂ ਥਾਣੇ ਬੁਲਾਓ। ਦੇਖੋ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ, ਕਾਨੂੰਨ ਹੈ ਦੇਸ਼ ਦਾ ਵੀ ਤੁਸੀਂ ਥਾਣੇ ਨਹੀਂ ਬੁਲਾ ਸਕਦੇ ਹੋ, ਲੇਕਿਨ ਉਹ ਫੋਲੋ ਕਿੰਨਾ ਕੁ ਹੁੰਦਾ ਹੈ ਜੇ ਤੁਸੀਂ ਚੈੱਕ ਕਰਕੇ ਦੇਖੋ ਤੇ ਉਸ ਡਰ ਹੀ ਹੁੰਦਾ ਹੈ। ਹੋਰ ਕੀ ਪ੍ਰੈਸ਼ਰ ਹੁੰਦਾ ਹੈ? ਕਿਸੇ ਕ੍ਰਿਮੀਨਲ ਦੇ ਉੱਤੇ ਪ੍ਰੈਸ਼ਰ ਪਾਉਣ ਦਾ ਇੱਕ ਤਰੀਕਾ ਇਹ ਸਮਝਿਆ ਜਾਂਦਾ ਹੈ, ਤੁਸੀਂ ਆਪਣੀ ਸਾਇੰਟੀਫਿਕ, ਜਿਸ ਨੂੰ ਕਹਿੰਦੇ ਵੀ ਅਸੀਂ ਟੈਕਨੀਕਲ ਬੇਸਡ ਸਰਵੇਲਾਂਸ ਦੇ ਜ਼ਰੀਏ ਕ੍ਰਾਈਮ ਦੇ ਨਾਲ ਲੜਾਈ ਕਰ ਰਹੇ ਹਾਂ, ਉਹ ਤਰੀਕਾ ਨਹੀਂ ਹੁੰਦਾ। ਤੁਸੀਂ ਥਾਣੇ ਬਿਠਾ ਲਓ ਜੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਦਬਕੇ ਮਾਰੋ, 2-2 3-3 ਦਿਨ, ਹਫਤਾ ਵੀ ਕਈ ਵਾਰ ਉਹਨਾਂ ਨੂੰ ਗੇੜੇ ਲਗਵਾਓ, ਹਿਊਮਿਲੀਏਟ ਕਰੋ। ਉਸ ਤੋਂ ਬਾਅਦ ਉਹ ਕ੍ਰਿਮੀਨਲ ਬੈਠਾ ਜਿੱਥੇ ਵੀ ਛੁਪਿਆ ਬੈਠਾ ਲੁਕਿਆ, ਜਾਂ ਤਾਂ ਉਹ ਪੇਸ਼ ਹੋ ਜਾਏ ਜਾਂ ਫਿਰ ਉਸ ਦੇ ਉੱਤੇ ਦਬਾਅ ਐਸਾ ਹੋਵੇ ਵੀ ਆਪਣੇ ਸਾਥੀਆਂ ਨੂੰ ਕੁਝ ਨੂੰ ਫੜਵਾ ਫੜੂ ਦੇ। ਸੋ ਇਹ ਤਾਂ ਬਹੁਤ ਹੀ ਅਨਫੋਰਚੂਨੇਟ ਟ੍ਰੈਂਡ ਹੈ। ਤੇ ਇਸ ਬਹਾਨੇ ਆਪਾਂ ਜਿਹੜੀ ਅੱਜ ਚਰਚਾ ਕਰਦੇ ਪਏ ਹਾਂ, ਮੈਂ ਕਹਾਂਗਾ ਕਿ ਇਹ ਇੱਕ ਸਿਸਟਮ ਬਦਲਣਾ ਚਾਹੀਦਾ ਹੈ। ਇਹ ਜਿਹੜੇ ਪ੍ਰੋਸੀਜਰਸ ਨੇ ਤੁਹਾਡੇ, ਬਦਲੋ ਇਹਨਾਂ ਨੂੰ। ਇਹ ਸਟੈਂਡਰਡ ਪ੍ਰੋਸੀਜਰਸ ਨਹੀਂ, ਇਹ ਤਾਂ ਬਿਲਕੁਲ ਲੋ ਸਟੈਂਡਰਡ ਇੱਕ ਤਰੀਕਾ ਹੈ ਇਨਵੈਸਟੀਗੇਸ਼ਨ ਦਾ। ਸਮਾਂ ਯੁੱਗ ਬਹੁਤ ਅੱਗੇ ਜਾ ਚੁੱਕਾ ਹੈ। ਤੁਸੀਂ ਸਾਇੰਟੀਫਿਕਲੀ ਬਹੁਤ ਕੁਝ ਕਰ ਸਕਦੇ ਹੋ। ਤੁਹਾਡੇ ਇਨਫੋਰਮੇਸ਼ਨ ਸੂਤਰ ਜਿਹੜੇ ਹੁੰਦੇ ਨੇ ਨਾ, ਜਿਹੜੀ ਇੰਟੈਲੀਜੈਂਸ, ਹਿਊਮਨ ਬੇਸਡ ਇੰਟੈਲੀਜੈਂਸ ਇਨਪੁਟ ਹੁੰਦੀਆਂ ਨੇ, ਉਹਦੇ ਬੇਸ ਉੱਤੇ ਮੇਨ ਕ੍ਰਾਈਮ ਤੁਸੀਂ ਡਿਟੈਕਟ ਕਰਦੇ ਹੋ। ਉਹ ਸਾਰੀ ਚੀਜ਼ਾਂ ਚੱਲਦੀਆਂ ਪਈਆਂ ਨੇ, ਲੇਕਿਨ ਪਰਿਵਾਰਾਂ ਦੇ ਉੱਤੇ ਆ ਜਿਹੜੀ ਦਬਿਸ਼ ਕਰਨ ਦਾ ਨਾ ਕੰਮ ਰੋਕੋ। ਤੇ ਮੈਂ ਤੁਹਾਨੂੰ ਇਹ ਵੀ ਦੱਸਦਾ, ਇਹਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿ ਅਜਿਹੇ ਲੋਕ ਜਿਨ੍ਹਾਂ ਦੇ ਉੱਤੇ ਇਹ ਛਾਪੇਮਾਰੀ ਕਰਦੇ ਨੇ ਜਾਂ ਜਿਹਨਾਂ ਪਰਿਵਾਰਾਂ ਨੂੰ ਜਦੋਂ ਤੰਗ ਕੀਤਾ ਜਾਂਦਾ ਹੈ, ਫਿਰ ਉਹਨਾਂ ਦੇ ਜਿਹੜੇ ਹੁੰਦੇ ਨੇ ਨਾ ਕ੍ਰਿਮੀਨਲ, ਉਹ ਅੱਗੇ ਹੋਰ ਉਸ ਕ੍ਰਾਈਮ 'ਚ ਜਾਂਦੇ ਨੇ। ਉਹ ਕਹਿੰਦੇ ਵੀ ਮੇਰੇ ਘਰ ਦੇ ਨਾਲ ਕਿਸੇ ਮਾਂ ਭੈਣ ਧੀ ਦੇ ਨਾਲ ਤੁਸੀਂ ਜੇ ਉਹਦੇ ਨਾਲ ਜ਼ਿਆਦਤੀ ਹੋ ਗਈ ਕੋਈ, ਜਾਂ ਕਹਿ ਲਓ ਵੀ ਬਦਸਲੂਕੀ ਹੋ ਗਈ, ਉਹ ਫਿਰ ਉਹਦੇ ਲਈ ਇੱਕ ਸਿਚੁਏਸ਼ਨ ਐਗਰੀਵੇਟ ਹੋ ਜਾਂਦੀ ਹੈ। ਸੋ ਇੱਕ ਸਿਸਟਮ ਦੇ ਵਿੱਚ ਉਹ ਸਪੇਸ ਨਹੀਂ ਰਹਿੰਦੀ, ਵਿਚ ਇਜ਼ ਵੈਰੀ ਅਨਫੋਰਚੂਨੇਟ। ਤੁਸੀਂ ਕ੍ਰਾਈਮ ਨੂੰ ਰੋਕਣਾ ਹੈ, ਤੁਸੀਂ ਕ੍ਰਿਮੀਨਲ ਨੂੰ ਉਸ ਰਾਹ ਤੇ ਨਾ ਤੁਰੇ, ਉਸ ਨੂੰ ਸਹੀ ਲੀਹ ਤੇ ਲੈ ਕੇ ਆਉਣਾ ਹੈ, ਤੇ ਤੁਹਾਨੂੰ ਆਹ ਹੱਥਕੰਡੇ ਅਪਣਾਉਣ ਦੀ ਲੋੜ ਨਹੀਂ ਹੈ। ਇਹ ਠੀਕ ਹੈ, ਆਈ ਡੋਂਟ ਨੋ ਵਟ ਦ ਮੈਸੇਜ ਇਜ਼ ਬੀਇੰਗ ਸੈਂਟ, ਕੀ ਮੈਸੇਜ ਇਸ ਦੇ ਨਾਲ ਭੇਜ ਰਹੇ। ਸੋ ਕਮਿਊਨਿਟੀ ਇਸ ਨੂੰ ਠੀਕ ਤਰੀਕੇ ਨਾਲ ਨਹੀਂ ਲੈ ਰਹੀ, ਤੇ ਇਕੱਲਾ ਸਿਰਫ ਅੰਮ੍ਰਿਤਪਾਲ ਦੀ ਪਤਨੀ ਦੇ ਨਾਲ ਇਹ ਹੋ ਰਿਹਾ ਹੈ, ਇਹ ਵਿਸ਼ਾ ਨਹੀਂ ਹੈ। ਪੰਜਾਬ ਦੇ ਵਿੱਚ ਹੋਰ ਬਹੁਤ ਸੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੁੰਦਾ। ਅੱਜ ਇਸ ਬਹਾਨੇ ਆਪਾਂ ਉਸ ਗੱਲਬਾਤ ਨੂੰ ਵੀ ਕਰ ਪਾ ਰਹੇ ਹਾਂ, ਮੈਨੂੰ ਇਸ ਚੀਜ਼ ਦੀ ਤਸੱਲੀ ਹੈ ਜੀ। ਰਿਤੇਸ਼ ਜੀ, ਜਿਵੇਂ ਸਟੇਟ ਦਾ ਹਰ ਇੱਕ ਐਕਸ਼ਨ ਖਾਸ ਤੌਰ ਤੇ ਪੋਲਿਟਿਕਸ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ, ਪੋਲੀਟੀਕਲ ਨੈਰੇਟਿਵ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ, ਇਹ ਜਿਹੇ ਐਕਸ਼ਨ ਦਾ ਸਰਕਾਰ ਕੀ ਗੇਨ ਕਰ ਸਕਦੀ ਹੈ? ਵਿਰੋਧੀਆਂ ਨੇ ਤਾਂ ਸਰਕਾਰ ਨੂੰ ਘੇਰ ਲਿਆ ਇਲੈਕਸ਼ਨ ਦੇ ਅੰਦਰ ਵੀ, ਵੈਸੇ ਵੀ ਉਹਨਾਂ ਨੇ ਕਿਹਾ ਵੀ ਇਹ ਨਹੀਂ ਚੀਜ਼ਾਂ ਕਰਨੀਆਂ ਜਿਵੇਂ ਤੁਸੀਂ ਵੀ ਕਹਿ ਰਹੇ ਹੋ, ਤਾਂ ਇਸ ਚੀਜ਼ ਦਾ ਸਰਕਾਰ ਨੂੰ ਕੀ ਫਾਇਦਾ? ਕਿ ਜਿਮਨੀ ਚੋਣ ਵੀ ਆ ਰਹੀ ਹੈ, ਇਸ ਦੇ ਰੈਪਰਕਸ਼ਨ ਉਹਨਾਂ ਵਾਸਤੇ ਖਰਾਬ ਨਹੀਂ ਹੋ ਸਕਦੇ? ਹੁਣ ਦੇਖੋ, ਮੈਂ ਉਹੀ ਕਹਿ ਰਿਹਾ ਵੀ ਇਹ ਤਾਂ ਪਤਾ ਲੱਗੇ ਆਪਾਂ ਸਰਕਾਰ ਕਰ, ਤੁਸੀਂ ਵੀ ਸਰਕਾਰ ਦਾ ਹੀ ਗੱਲ ਕਰ ਰਹੇ ਹੋ। ਮੈਂ ਕਹਿ ਰਿਹਾ ਕਿ ਇਮੀਗ੍ਰੇਸ਼ਨ ਤੇ ਉਹਨਾਂ ਨੂੰ ਰੋਕਿਆ ਗਿਆ ਹੈ ਜੀ।
ਹਜੇ ਤੱਕ ਸਰਕਾਰ ਦੀ ਕੀ ਇਨਵੋਲਵਮੈਂਟ ਹੈ ਇਹ ਕਲੀਅਰ ਨਹੀਂ ਹੈ। ਇਮੀਗ੍ਰੇਸ਼ਨ ਤੇ ਰੋਕਣ ਦਾ ਮਤਲਬ ਦੇਖੋ, ਜਦੋਂ ਆਪਾਂ ਹਵਾਈ ਅੱਡੇ ਤੇ ਕੋਈ ਫਲਾਈਟ ਬੋਰਡ ਕਰਦੇ ਹੋ, ਆਪਾਂ ਨੂੰ ਜਾਣਦੇ ਆ ਸਾਰੇ ਕਿ ਉੱਥੇ ਪਹਿਲਾਂ ਤੁਸੀਂ ਆਪਣਾ ਬੋਰਡਿੰਗ ਪਾਸ ਲੈਂਦੇ ਹੋ, ਉਸ ਤੋਂ ਬਾਅਦ 2 ਚੈੱਕ ਹੁੰਦੇ ਨੇ, ਇੱਕ ਸਿਕਿਉਰਿਟੀ ਚੈੱਕ, ਇੱਕ ਇਮੀਗ੍ਰੇਸ਼ਨ ਚੈੱਕ, ਤੀਸਰਾ ਕੋਈ ਚੈੱਕ ਨਹੀਂ ਹੈ। ਡਾਕੂਮੈਂਟਸ ਤੁਹਾਡੇ ਕੋਲ ਪ੍ਰੋਪਰ ਨੇ, ਪੂਰੇ ਨੇ। ਇਮੀਗ੍ਰੇਸ਼ਨ ਤੇ ਤੁਹਾਨੂੰ ਰੋਕਿਆ ਜਾ ਸਕਦਾ ਹੈ ਜਾਂ ਫਿਰ ਸਿਕਿਉਰਿਟੀ ਤੇ ਰੋਕਿਆ ਜਾ ਸਕਦਾ ਜੇ ਤੁਹਾਡੇ ਕੋਲ ਕੋਈ ਐਸੀ ਆਪੱਤੀਜਨਕ ਚੀਜ਼ ਹੈ, ਲੇਕਿਨ ਇਮੀਗ੍ਰੇਸ਼ਨ ਤੇ ਤੁਸੀਂ ਗਿਣੇ ਚੁਣੇ ਕਾਰਨਾਂ ਕਰਕੇ ਰੋਕੇ ਜਾ ਸਕਦੇ ਹੋ ਨਾ। ਜਾਂ ਇਮੀਗ੍ਰੇਸ਼ਨ ਅਫਸਰ ਨੂੰ ਤਸੱਲੀ ਹੈ ਜਾਂ ਉਹ ਕਨਵਿੰਸਡ ਨਹੀਂ ਹੈ ਵੀ ਯਾਰ ਇਹ ਬੰਦਾ ਆਉਣ ਵਾਲਾ ਜਿਹੜਾ ਇਨਕਮਿੰਗ ਟਰੈਵਲਰ ਹੈ ਉਹਨੂੰ ਹੈ ਵੀ ਇਹ ਵਾਪਸ ਨਹੀਂ ਜਾਏਗਾ, ਇਹਦੇ ਡਾਕੂਮੈਂਟਸ ਫੇਕ ਨੇ, ਹੁਣ ਉਹ ਰੀਜ਼ਨ ਬਣਾ ਕੇ ਰੋਕਿਆ ਜਾਂਦਾ। ਸੋ ਆਪਾਂ ਹਾਲੇ ਇਹ ਚੀਜ਼ ਵੀ ਕਿਵੇਂ ਕਹਿ ਸਕਦੇ ਹਾਂ ਕਿ ਸਰਕਾਰ ਜਾਂ ਪੰਜਾਬ ਸਰਕਾਰ ਇਹਦੇ ਪਿੱਛੇ ਉਹਦੀ ਭੂਮਿਕਾ ਹੈ, ਇਹ ਵੀ ਕੁਐਸਚਨ ਹੈ। ਇਲੈਕਸ਼ਨ ਸਾਹਮਣੇ, ਜਲੰਧਰ ਦਾ ਜ਼ਿਮਨੀ ਚੋਣ, ਸੋ ਥੋੜਾ ਉਸ ਤਰੀਕੇ ਨਾਲ ਵੀ ਵੇਖਣਾ ਪੈਣਾ ਕਿ ਇਹਨੂੰ ਪੋਲੀਟੀਕਲ ਤਰੀਕੇ ਨਾਲ ਘੁਮਾਇਆ ਗਿਆ ਹੈ। ਇਮੀਗ੍ਰੇਸ਼ਨ ਦਾ ਡਿਪਾਰਟਮੈਂਟ ਕਿਹਦੇ ਅੰਡਰ ਹੈ, ਉਹ ਸਟੇਟ ਦਾ ਤਾਂ ਸਬਜੈਕਟ ਨਹੀਂ ਹੈ। ਇਮੀਗ੍ਰੇਸ਼ਨ ਦਾ ਤਾਂ ਜਿਹੜਾ ਮਹਿਕਮਾ ਹੈ ਇਟ ਇਜ਼ ਫੈਡਰਲ, ਆਈ ਮੀਨ ਸੈਂਟਰਲ ਏਰੀਆ ਦੇ ਵਿੱਚ। ਸੋ ਉਸ ਲੈਵਲ ਤੇ ਜੇ ਕੋਈ ਰੋਕ ਟੋਕ ਲੱਗਦੀ ਹੈ, ਉਹਦੇ ਰੈਪਰਕਸ਼ਨ, ਉਹਦਾ ਜਿਹੜਾ ਜਵਾਬ ਹੈਗੇ ਨੇ, ਉਹਦੇ ਜਿਹੜੇ ਸਿਆਸੀ ਜਿਹੜਾ ਉਸਨੂੰ ਜੇ ਮੁਹਾਵਰੇ ਦੇ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਪੋਲੀਟੀਕਲ ਹੈ ਵੀ ਸਰਕਾਰ ਨੂੰ ਐਦਾਂ ਨਹੀਂ ਕਰਨਾ ਚਾਹੀਦਾ। ਸੋ ਘੁੰਮ ਗਈ ਨਾ ਗੱਲ, ਕਰੇ ਕੋਈ ਤੇ ਜਵਾਬ ਕਿਸੇ ਹੋਰ ਨੂੰ ਦੇਣਾ ਪਵੇ। ਇਹ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ। ਹੁਣ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, he needs to get into this bottom ਵੀ ਚਲੋ ਕੋਈ ਵੀ ਹੈ ਯਾਰ, ਪਰ ਫਿਰ ਹੁਣ ਤੱਕ ਕਲੈਰੀਫਾਈ ਉਹ ਕਰ ਵੀ ਨਹੀਂ ਰਹੇ, ਕੋਈ ਉਹਨੇ ਸਟੇਟਮੈਂਟ ਵੀ ਨਹੀਂ। ਇਹ ਤਾਂ ਦੇਖੋ ਇਹੀ ਤਾਂ ਹੈ ਨਾ, ਉਹ ਤਾਂ ਬਹੁਤ ਚੀਜ਼ਾਂ ਕਲੈਰੀਫਾਈ ਨਹੀਂ ਕਰ। ਮੈਂ ਉਹੀ ਤਾਂ ਕਹਿਣਾ ਵੀ ਇਹ ਲੋਕਾਂ ਨੂੰ ਪਤਾ ਵੀ ਹੈ ਵੀ ਇਹਨਾਂ ਦੇ ਨਾਲ ਕੀ ਹੋ ਰਿਹਾ। ਆਪਾਂ ਪਹਿਲਾਂ ਵੀ ਸ਼ਾਇਦ ਚਰਚਾਵਾਂ ਕੀਤੀਆਂ ਨੇ। ਮੈਨੂੰ ਕਈ ਵਾਰ ਡਾਊਟ ਹੀ ਹੁੰਦਾ ਵੀ ਇਹਨਾਂ ਨੂੰ ਇੰਨੀ, ਮੈਂ ਸ਼ਬਦ ਨਹੀਂ ਵਰਤਾਂਗਾ ਅਕਲ, ਬਟ ਮੈਂ ਕਹਾਂਗਾ ਵੀ ਇਹਨਾਂ 'ਚ ਸਮਰੱਥਾ ਹੈ ਇਸ ਚੀਜ਼ ਨੂੰ ਸਮਝਣ ਦੀ ਵੀ ਜੇ ਕੋਈ ਅਜਿਹੀ ਘਟਨਾ ਹੋਈ ਹੈ ਤਾਂ ਇੱਕ ਸਟੇਟ ਵੱਲੋਂ ਵੀ ਇੱਕ ਰਿਸਪੌਂਸ ਬਣਦਾ ਵੀ ਵੀਲ ਟਰਾਈਂਗ ਟੂ ਵੈਰੀਫਾਈ ਵੀ ਕੀ ਹੋਇਆ। ਤੁਸੀਂ ਪਤਾ ਕਰੋ ਆਪਣੇ ਲੈਵਲ ਤੇ, ਕਲੈਰੀਫਾਈ ਕਰੋ ਤਾਂ ਕਿ ਉਹਦਾ ਜਿਹੜਾ ਨਜ਼ਲਾ ਹੈ ਤੁਹਾਡੇ ਤੇ ਤਾਂ ਨਾ ਘੱਟੋ ਘੱਟ ਗਿਰੇ। ਸਾਹਮਣੇ ਤੁਹਾਡੇ ਜ਼ਿਮਨੀ ਚੋਣ ਖੜੀ ਹੈ ਤੇ ਸਿਆਸੀ ਪਾਰਟੀਆਂ ਨੇ ਤੇ ਜਥੇਦਾਰ ਸਾਹਿਬ ਨੇ ਵੀ ਬਿਆਨ ਦਿੱਤਾ ਹੁਣ ਤਾਂ। ਸੋ ਸਰਕਾਰ ਠੀਕ ਹੈ, ਭਾਵੇਂ ਸਰਕਾਰ ਦਾ ਲੈਣਾ ਦੇਣਾ ਕੁਝ ਹੋਵੇ ਜਾਂ ਨਾ ਹੋਵੇ, ਲੇਕਿਨ ਗੱਲ ਉਹਨਾਂ ਤੇ ਆ ਰਹੀ ਹੈ ਤਾਂ they have to clarify, they should clarify, or they should at least put the whole thing in the center's kitty। ਉਹ ਕਹਿਣ ਕਿ ਜੀ ਕੇਂਦਰ ਸਰਕਾਰ ਦੇ ਅੰਡਰ ਹੈਗਾ ਡਿਪਾਰਟਮੈਂਟ, ਉਹ ਚੈੱਕ ਕਰਨ, ਉਹ ਕਰਾਉਣ ਜੀ। ਇਹ ਤਾਂ ਹੁਣ ਇੱਕ ਵੱਖਰੇ ਲੈਵਲ ਤੇ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸਾਡਾ ਕੁਝ ਲੈਣਾ ਦੇਣਾ ਨਹੀਂ ਹੈ। ਇਹ ਕਹਿਣ ਇੰਨੀ ਗੱਲ ਤਾਂ ਫਿਰ ਕਲੀਅਰੀਫਾਈ ਕਰਨ ਨਾ। ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਤੇ ਟਿੱਪਣੀ ਕੀਤੀ ਸੀਗੀ, ਉਹਨਾਂ ਦੇ ਜਿਹੜਾ ਅਧਿਕਾਰ ਖੇਤਰ ਉਹਦੇ 'ਚ ਉਹਨਾਂ ਨੇ ਜਾ ਕੇ ਸਵਾਲ ਕੀਤਾ ਸੀ, ਕੀ ਹੁਣ ਉਹ ਮਹਿੰਗਾ ਵੀ ਪੈ ਰਿਹਾ ਲੱਗ ਰਿਹਾ? ਕਿਉਂਕਿ ਹੁਣ ਸਿੰਘ ਸਾਹਿਬ ਵੱਲੋਂ ਆਏ ਦਿਨ ਕੋਈ ਵੀ ਮੁੱਦਾ ਹੁੰਦਾ ਉਹ 'ਤੇ ਬਿਆਨ ਆ ਜਾਂਦਾ, ਜਿਸ ਦੇ ਉਹ ਸਰਕਾਰ ਦੀ ਪੋਜੀਸ਼ਨ ਬੜੀ ਔਖੀ ਹੋ ਜਾਂਦੀ ਹੈ, ਸਰਕਾਰ ਵੱਲੋਂ ਜਵਾਬ ਨਹੀਂ ਆਉਂਦਾ ਜਾਂ ਉਹ ਇੱਕ ਪੋਲੀਟੀਕਲ ਇਸ਼ੂ ਉੱਭਰ ਜਾਂਦਾ। ਚਲੋ ਉਹ ਤਾਂ ਹੁਣ ਮਤਲਬ ਤੁਸੀਂ ਇਹ ਰਵਾਇਤ ਤੁਸੀਂ ਸ਼ੁਰੂ ਕੀਤੀ ਹੈ ਵੀ ਤੁਸੀਂ ਜਥੇਦਾਰ ਸਾਹਿਬ ਨੂੰ ਉਹਨਾਂ ਦੀ ਡਿਊਟੀਆਂ ਦੱਸ ਰਹੇ ਹੋ, ਤੁਸੀਂ ਆਪਣਾ ਕੰਮ ਕਰੋ, ਹੈ ਨਾ ਜੀ। ਤੇ ਗੱਲ ਤਾਂ ਹੁਣ ਇਹ ਵੀ ਤੁਸੀਂ ਆਪਣਾ ਕੰਮ ਕਰੋ, ਉਹ ਤਾਂ ਠੀਕ ਹੈ ਜਥੇਦਾਰ ਸਾਹਿਬ ਕਿਸ ਗੱਲ ਤੋਂ ਪ੍ਰੇਰਿਤ ਹੋ ਕੇ ਬਿਆਨ ਦੇ ਰਹੇ, ਲੇਕਿਨ ਇਸ 'ਚ ਇਕੱਲੇ ਜਥੇਦਾਰ ਦਾ ਇਸ਼ੂ ਨਹੀਂ ਹੈ। ਆਪਾਂ ਐਜ਼ ਏ ਹਿਊਮਨ ਬੀਇੰਗ ਵੀ ਆਪਾਂ ਮਹਿਸੂਸ ਕਰ ਰਹੇ ਹਾਂ ਕਿ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾ ਵੀ ਕਹਿੰਦੇ ਜਾਂ ਚਰਨਜੀਤ ਚੰਨੀ ਨਾ ਵੀ ਕਹਿੰਦੇ, ਕਿਸੇ ਵੀ ਬੰਦੇ ਨੂੰ ਜਦੋਂ ਇਹ ਜਾਣਕਾਰੀ ਇੱਕ ਮਹਿਲਾ ਨੂੰ ਲਾਈਨ ਵਿੱਚ ਲੱਗ ਕੇ ਵਾਪਸ ਮੁੜਦਾ ਹੋਇਆ ਤੁਸੀਂ ਦੇਖੋਗੇ, ਤੁਹਾਨੂੰ ਦੁੱਖ ਹੁੰਦਾ ਹੈ। ਐਜ਼ ਏ ਔਨ ਅ ਹਿਊਮਨ ਲੈਵਲ ਤੁਹਾਨੂੰ ਇਹ ਚੀਜ਼ ਚੁਭਦੀ ਹੈ। ਸੋ ਮੈਨੂੰ ਲੱਗਦਾ ਕਿ ਔਨ ਅ ਹਿਊਮੈਨਿਟੇਰੀਅਨ ਗਰਾਊਂਡ ਇਸ ਚੀਜ਼ ਨੂੰ ਐਡਰੈਸ ਕੀਤੇ ਜਾਣ ਦੀ ਲੋੜ ਹੈ। ਤੇ ਠੀਕ ਹੈ, ਬਾਕੀ ਸਿਆਸਤ ਤਾਂ ਹੁੰਦੀ ਰਹਿੰਦੀ ਹੈ, ਹੋਰ ਬਥੇਰੇ ਕਾਰਨ ਨੇ, ਹਰ ਰੋਜ਼ ਨਵੇਂ ਕਾਰਨ ਨਿਕਲ ਜਾਣਗੇ, ਤੁਸੀਂ ਸਿਆਸਤਾਂ ਕਰਦੇ ਰਹੋਗੇ, ਲੇਕਿਨ ਇਹ ਇਸ਼ੂ ਨਹੀਂ ਹੈਗੇ ਨੇ ਜਿਨ੍ਹਾਂ ਦੇ ਉੱਤੇ ਪੋਲੀਟਿਕਸ ਵੀ ਨਾ ਹੋਵੇ ਐਂਡ ਐਟ ਦ ਐਂਡ ਆਫ ਦ ਡੇ ਇਸ ਤਰੀਕੇ ਦੀ ਗੱਲਬਾਤ ਵੀ ਨਾ ਹੋਵੇ। ਕਲੀਅਰ ਪਿਕਚਰ ਸਾਹਮਣੇ ਹੈ ਤੇ ਗੱਲ ਇਹੀ ਹੈ ਵੀ ਕਲੀਅਰ ਪਿਕਚਰ ਸਾਹਮਣੇ ਆ ਨਹੀਂ ਰਹੀ ਹੈ। ਇੰਨੀ ਕਲੀਅਰ ਪਿਕਚਰ ਹੈ, ਜੇਲ੍ਹਾਂ ਦੇ ਵਿੱਚ ਇੰਟਰਵਿਊ ਇੰਨੀਆਂ ਸਾਫ਼ ਨੇ, ਲੇਕਿਨ ਉਹਦੇ ਪਿੱਛੇ ਦੀ ਪਿਕਚਰ ਕਲੀਅਰ ਨਹੀਂ ਹੁੰਦੀ। ਇਹੀ ਦੁਖਾਂਤ ਹੈ ਤੇ ਨਾ ਹੀ ਉਸਨੂੰ ਕੋਈ ਨਾ ਸਵਾਲ ਕੋਈ ਕਰਦਾ ਤੇ ਜਵਾਬ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਧੰਨਵਾਦ ਜੀ, ਥੈਂਕ ਯੂ।